ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਜਿਹੜੇ ਗੁਰਮੁਖ ਜਗਤ ਵਸ ਚਾਏ ਉਹਨਾਂ ਨੇ ਆਪਦੇ ਪਰਿਵਾਰਾਂ ਨੂੰ ਆਪਦੇ ਕੁਲ ਨੂੰ ਉਤਾਰ ਗਏ। ਜਿਨ੍ਹਾਂ ਉਹਨਾਂ ਦੇ ਸੰਗੀ ਬਣੇ, ਜਿਨ੍ਹਾਂ ਉਹਨਾਂ ਦਾ ਸੰਯੋਗ ਲਿਆ, ਆਪ ਵੀ ਤਰ ਗਏ ਤੇ ਦੂਸਰਿਆਂ ਨੂੰ ਉਤਾਰ ਰਿਹਾ। ਉਹਨਾਂ ਦੇ ਸਬੰਧ ਚ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਆਪਣੇ ਸੱਜਣ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁਬਦਾ ਖਤਮ ਹੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੱਸੇ ਨੇ, ਜਿਨ੍ਹਾਂ ਦਸੈਂਦੜਿਆਂ ਦੁਰਮਤ ਵੰਜੇ ਮਿੱਤਰ ਅਸਾਡੇ ਸੇ, ਹਾਂ ਟੰਡੇਂਦੀ ਜਗ ਸੁਭਾਇਆ ਨਾਨਕ ਵਿਰਲੇ ਕੀ। ਹੁਣ ਐਸੇ ਜਿਹੜੇ ਗੁਰਮੁਖ ਨੇ ਉਹ ਆਪਦੇ ਬੱਚਿਆਂ ਨੂੰ ਵੀ ਜਿੱਥੇ ਉਹ ਗੁਰਮਤ ਵਿੱਚ ਜਾਂਦੇ ਨੇ, ਸੰਗਤ ਵਿੱਚ, ਗੁਰੂ ਦੀ ਹਾਜ਼ਰੀ ਵਿੱਚ, ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਨੇ ਤਾਂ ਕਿ ਇਹਨਾਂ ਨੂੰ ਵੀ ਅਧਿਆਤਮ ਰੂਪ ਵਿੱਚ ਜਿਵੇਂ ਬਾਹਰ ਦਾ ਗਿਆਨ ਕਰਾ ਰਹੇ ਆ, ਅੰਦਰਲਾ ਵੀ ਹੁੰਦਾ ਜਾਏ। ਇਹ ਸੱਚ ਨਾਲੋਂ ਦੂਰ ਨਾ ਚਲੇ ਜਾਣ, ਇਹ ਆਪਦੇ ਸੱਚ ਨਾਲ ਜੁੜੇ ਰਹਿਣ। ਇਸੇ ਤਰ੍ਹਾਂ ਹੀ ਆਪਣੇ ਧੰਨਾ ਜੱਟ ਦੀ ਗੁਰਬਾਣੀ ਵਿੱਚ ਗੁਰਬਾਣੀ ਹੈ। ਰਾਜਸਥਾਨ ਵਿੱਚ ਪਿੰਡ ਧੂਆ ਹੈ, ਉੱਥੇ ਛੋਟਾ ਜਿਹਾ ਪਿੰਡ, ਇਹਨਾਂ ਦਾ ਪਿਤਾ ਤੇ ਮਾਤਾ ਕਿਰਸਾਨੀ ਦਾ ਕੰਮ ਕਰਦੇ ਸੀ। ਸੰਗਤ ਕਰਦੇ ਜਦੋਂ ਵੀ ਉਸ ਇਲਾਕੇ ਵਿੱਚ ਸੰਤ ਜਨ ਆਉਂਦੇ, ਕੋਈ ਮੰਡਲੀ ਆਉਂਦੀ, ਜਿੱਥੇ ਵੀ ਸੰਗਤ ਆਉਂਦੀ, ਦੂਰ ਦਰੇਡੇ ਜਾਂਦੇ, ਇਸ ਤਰ੍ਹਾਂ ਜੀ ਆਪਦੇ ਬੱਚੇ ਨੂੰ ਨਾਲ ਲੈ ਕੇ ਜਾਂਦੇ। ਸਮਾਂ ਆਇਆ, ਹੌਲੀ ਹੌਲੀ ਜਿਵੇਂ ਆਵਾਗਾਉਣ ਸੰਸਾਰ ਦਾ ਬਣਿਆ ਹੈ ਸਫ਼ਰ, ਤੇ ਆਇਆ ਜੀਵ ਚਲਾ ਗਿਆ। ਇਸ ਤਰ੍ਹਾਂ ਹੌਲੀ ਹੌਲੀ ਧਰਨਾ ਜੀ ਦਾ ਜਿਹੜਾ ਮਾਤਾ ਪਿਤਾ ਸੀ ਉਹ ਪਰਲੋਕ ਚਲੇ ਗਏ। ਜ਼ਿੰਮੇਵਾਰੀ ਆ ਪਈ। ਹੁਣ ਲਗਨ ਸੀ ਮਾਤਾ ਪਿਤਾ ਦੇ ਸੰਯੋਗ ਨਾਲ। ਜ਼ਿੰਮੇਵਾਰੀ ਹੋਣ ਤੇ ਸੋਚਣ ਲੱਗੇ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਵਿਦਵਾਨ ਪੰਡਤ ਰਹਿੰਦਾ ਹੈ ਉਸ ਦਾ ਕਿਉਂ ਨਾ ਸੰਯੋਗ ਲਿਆ ਜਾਏ। ਹੁਣ ਗੁਰਬਾਣੀ ਵਿੱਚ ਦੱਸਿਆ ਹੈ ਜਿਹੜਾ ਵਿਦਵਾਨ ਹੈ, ਜੇ ਉਹ ਸੱਚ ਨੂੰ ਨਹੀਂ ਮਿਲਿਆ ਤਾਂ ਉਹਦੀ ਕੀ ਅਵਸਥਾ ਦੱਸੀ ਨੇ। ਉਹਨੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਤਲਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਵਿਦਵਾਨ ਤਾਂ ਹੈ ਸੀ ਜ਼ਰੂਰ, ਲੇਕਿਨ ਮਲਾਪ ਨਹੀਂ ਸੀ ਉਸਦਾ। ਪੰਡਤ ਗੁਰਬਾਣੀ ਵਿੱਚ ਉਸ ਨੂੰ ਕਿਹਾ ਗਿਆ ਹੈ ਜਿਹੜਾ ਸਾਡੇ ਮਨ ਦੇ ਜਨਮ ਪੱਤਰੀ ਜਾਣਦਾ, ਕਿੱਥੋਂ ਮਨ ਦਾ ਜਨਮ ਹੋਇਆ, ਕਿੱਥੇ ਮਨ ਵਿਚਰ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਨਮੇ ਜੀਓ ਜਾਣੇ ਥਾਉ, ਸੁਰਤਾ ਪੰਡਤ ਤਾਂ ਕਾ ਨਾਉ। ਉਹ ਨਾਂ ਦਾ ਪੰਡਤ ਸੀ ਵਿਦਵਾਨ ਕਰਕੇ, ਲੇਕਿਨ ਉਸ ਨੂੰ ਅੰਦਰਲਾ ਗਿਆਨ ਨਹੀਂ ਸੀ ਤੇ ਨਾ ਹੀ ਉਹ ਸੱਚ ਨੂੰ ਮਿਲਿਆ ਸੀ। ਇਸ ਕਰਕੇ ਉਹ ਪੰਡਤ ਪੱਥਰਾਂ ਦੀ ਪੂਜਾ ਕਰਦਾ ਸੀ। ਉਸ ਨੂੰ ਠਾਕਰ ਸਮਝ ਕੇ ਧੰਨਾ ਜੀ ਨੇ ਉਹਨਾਂ ਨਾਲ ਵਿਚਾਰ ਕੀਤਾ। ਪਿੰਡ ਦਾ ਹੋਣ ਕਰਕੇ ਸਾਰੇ ਘਰ ਦੇ ਹਾਲਾਤ ਜਾਣਦਾ ਸੀ ਵੀ ਤੁਸੀਂ ਜਾਣਦੇ ਹੋ ਹਾਲਾਤ ਨੂੰ, ਜ਼ਿੰਮੇਵਾਰੀ ਇਹ ਪੈ ਗਈ ਤੇ ਮੈਂ ਸੱਚ ਨੂੰ ਮਿਲਣਾ ਚਾਹੁੰਦਾ, ਮਾਲ ਕੋ ਮਿਲਣਾ ਚਾਹੁੰਦਾ, ਮੈਨੂੰ ਕੋਈ ਉਪਦੇਸ਼ ਕਰੋ। ਉਹਨਾਂ ਨੇ ਚੁੱਕ ਕੇ ਪੱਥਰ ਫੜਾਤਾ, ਲਵੇਟ ਕੇ ਫੜਾਇਆ। ਪਹਿਲੋਂ ਆਪ ਇਸ਼ਨਾਨ ਕਰੋ, ਫਿਰ ਇਹਨਾਂ ਨੂੰ ਕਰਾਓ, ਆਪ ਭੋਜਨ ਤਿਆਰ ਕਰੋ, ਫਿਰ ਇਹਨਾਂ ਨੂੰ ਛਕਾਓ। ਧੰਨਾ ਜੀ ਲੈ ਗਏ, ਕਰਦੇ ਰਹੇ ਪੱਥਰ ਦੀ ਸੇਵਾ। ਸੀਜ਼ਨ ਸੀ ਆਇਆ, ਵੇਲਾ ਟਾਈਮ, ਜਿਵੇਂ ਕਣਕਾਂ ਬੀਜੀਆਂ ਗੁਰਮੁਖ ਵੇਲੇ। ਕੋਈ ਸੰਤ ਮੰਡਲੀ ਆਈ, ਉੱਥੇ ਧੰਨਾ ਜੀ ਨੂੰ ਸਮਾਂ ਮਿਲਿਆ, ਚਲੇ ਗਏ। ਜਦੋਂ ਸੰਤਾਂ ਨੇ ਦੱਸਿਆ ਕਿ ਮਾਨਸ ਜਾਮਾ ਸਭ ਤੋਂ ਉਤਮ ਜਾਮਾ, ਇਸ ਵਿੱਚ ਮਾਲਕ ਨੂੰ ਮਿਲਿਆ ਜਾ ਸਕਦਾ ਤੇ ਬਾਕੀ ਸਾਰੀਆਂ ਜੂਨਾਂ ਨੂੰ ਘੱਟ ਗਿਆਨ ਨੇ। ਜਦੋਂ ਸਮਾਪਤੀ ਕਥਾ ਹੋਈ ਤੇ ਧੰਨਾ ਜੀ ਪੁੱਛਣ ਲੱਗੇ ਸੰਤਾਂ ਤੋਂ ਵੀ ਮੈਂ ਤਾਂ ਪੱਥਰ ਦੀ ਪੂਜਾ ਕਰਨ, ਕਿ ਮੈਨੂੰ ਪੱਥਰ ਤਾਰ ਦੇਗਾ? ਸੰਤਾਂ ਨੇ ਦੱਸਿਆ ਪੱਥਰ ਡੋਬ ਤਾਂ ਦੇਗਾ, ਕਿਉਂਕਿ ਉਹਦੇ ਕੋਲ ਇੰਨਾ ਗਿਆਨ ਨਹੀਂ ਆਪ ਤਰ ਸਕੇ। ਜਿਹੜਾ ਆਪ ਨਹੀਂ ਤਰ ਸਕਦਾ ਦੂਜੇ ਨਹੀਂ ਤਰ ਸਕਦਾ। ਇਸ ਕਰਕੇ ਤੁਹਾਡੇ ਵਿੱਚ ਗਿਆਨ ਹੈ, ਤੁਸੀਂ ਤਾਂ ਪੱਥਰ ਨੂੰ ਲੈ ਕੇ ਤਰ ਸਕਦੇ ਹੋ,
पत्थर नहीं तर सकता। फिर सोचन लग गए भी ये तो उल्टी हो गया सारा। फिर सोचता रहा, अगले दिन फिर आके पूछा भी मैनू फिर रास्ता दसो, मैं सचों मिलना चाहना। उन्हें सचों मिलना तो गुरु धारण करना पएगा, गुरु की शरण में जाओ। इथे गुरबाणी विच पत्थर दी पर फिर महाराज कहने लगे, कबीर पान परमेश्वर किया पूजे सब संसार। उन्हें पाहन परमेश्वर किया पूजे सब संसार, इस प्रवासे जो है डुबे काली तार। जेड़ा उन्हें इस दे प्रवासे रहेगा कि मैनू उतारेगा वो डुब जाएगा। ते पंजवें पातशाह कहने लगे, जो पत्थर को कहते देव ताकि बिरथा हो सेव, जो पत्थर के पाई पाए ताई काल अजाई जाए। इथे फिर पत्थर दे संबंध विच दस्या गुरबाणी विच कि लोग पत्थरों ना पूजन लग जान। अज्ञानी कहने लगे कि पत्थर तो ही पा लिया। इस करके महाराज ने स्पष्ट कहता है, जो पत्थर को कहते देव ताकि बिरथा हो सेव, जो पत्थर के पाई पाए ताकि काल अजाई जाए। कबीर पान परमेश्वर किया पूजे सब संसार, जो इस प्रवास रहे बुढ़े काली तार। कह दिता बार बार भी जेड़ा पत्थर न पूजेगा वो डुब जाएगा। हुण धरने ने सोचा भी मैं पत्थर की पूजा करदा सी ते लोग ये न मन लैन कि शायद इसने पत्थर तो पा लिया। वो फिर गुरु दी शरण विच गया धरना जी। गुरु ने किस तरह उन्होंने ज्ञान दिता, किस तरह ध्यान लवाया। फिर उन्होंने सच की जो प्राप्ति की सानू जीवां नू इलाके दसन लगे। इस करके फिर उन्हों का शब्द भी गुरबाणी विच दर्ज किए गए कि यह ना कोई कहे कि पत्थर तो ही पा लिया। ते की गुरबाणी विच धन्ना जी दस रहे ने किवें मैं मिलिया मालक नू। उन्हें ज्ञान प्रवेश गुरे धन दिया, ध्यान मान मन एक में, प्रेम भक्ति मानी सुख जानिया, तृप्त अगाए मुक्त पाए, जोत समाई आसमानी जाके, असली प्रभ पहचानिया, धन्ने धन पाया धरनी धर, मिल जन संत समानिया। उथे वे दस्या धना जेरा ने किस तरह गुरु ने ज्ञान बख्शिश किया। ध्यान जिस तरह गुरबाणी च आपां नूं सतगुर लाउंदे ने किवें लवाया, जिथे जाके सारियां ही भटकना खत्म हो गईयां। जिवें अपना हुण ध्यान लगदा उथे महाराज अंदर ने नाम निधान ध्यान अंतर्गत, तेज पुंजतर लोक प्रगासा, देखत दर्श पटक परम दुख पर हर सुख सहज बगासा। उन्होंने दस्या जदों कि वो नाम दे खजाने उपर ध्यान लवा दिता, जिवें सतगुर लाउंदे ने, जिथे जाके अज्ञान दा अंधेरा मिट जांदा है। फरमाउंदे ने, सतगुर शब्द हजारों दीपा, बिनस्यो अंधकार, तै मंदिर कोठड़ी खुली अनोपा, बिस्म बिस्म पयो, जां पेख्यो कह न जाए वडियाई, मगन पए उहां संग माते, ओत पोत लपटाई। दस दिता ये जीवां नूं कि ये पत्थर जिहड़ा है इहदी पूजा करके नहीं मैं प्राप्त किया, गुरु दी शरण में जाके मैं इस तरीके नाल मालक नूं पाया। फिर वही धन्ना जी पारदर्शी जब होए आपन दसन लगे कि यह साडा पिंड 10 द्वारां दा किथे तैयार होया है। उन्हें बड़ा खोल के दस दिता। कई अज्ञानी अजे भी आंदे ने 10 द्वार तो होंदा नहीं। ये धन्ना जी हुण दस रहे ने गुरबाणी विच, उन्हें जननी केरे उधर उदक में, पिंड किया 10 द्वारा, दे आहार अग्न में राखे, ऐसा खसम हमारा।